देखो जी, दीप सिद्धू ਦਾ ਬੈਕਗਰਾਉਂਡ ਹੈਗਾ ਬੀਜੇਪੀ। ਉਹ ਸਨੀ ਦਿਓਲ ਦਾ ਇਲੈਕਸ਼ਨ ਏਜੰਟ ਵੀ ਸੀ ਤੇ ਉਹਦੀ ਗੈਰ ਹਾਜ਼ਰੀ ਵਿੱਚ ਉਹਨਾਂ ਨੂੰ ਸਾਰਾ ਕੰਮ ਉਹਦਾ ਇਲਾਕੇ ਦਾ ਉਹੀ ਕਰਦਾ ਸੀ। ਕਿਸਾਨਾਂ ਦੇ ਹੌਸਲੇ ਤਾਂ ਪਹਿਲਾਂ ਹੀ ਬੁਲੰਦ ਆ, ਉਹ ਹੁਕਮ ਜ਼ੋਰ ਬਣੇ ਆ, ਕਿਉਂਕਿ ਉਹਨੇ ਕੀਤਾ ਹੀ ਨਹੀਂ ਹੈ। ਜਿਹਨੇ ਇਹ ਕੀਤਾ, ਇਹ ਕਿਸਾਨਾਂ ਨੇ ਕੀਤਾ। ਉਹ ਤਾਂ ਪਹਿਲਾਂ ਤੋਂ ਕਹੀ ਜਾਂਦੇ ਆ, ਰਾਜੇਵਾਲ ਸਾਹਿਬ ਪਹਿਲਾਂ ਤੋਂ ਕਹੀ ਜਾਂਦੇ ਆ ਕਿ ਜੇ ਕੋਈ ਗਲਤ ਕੰਮ ਹੋਇਆ ਤਾਂ ਸਰਕਾਰ ਜਿੱਤ ਗਈ, ਜੇ ਆਪਾਂ ਸ਼ਾਂਤਮਈ ਰਹੇ ਤਾਂ ਆਪਾਂ ਜਿੱਤ ਗਏ। ਇਹ ਜੋ ਹੋਇਆ ਅੱਜ ਕੱਲ੍ਹ ਦਿੱਲੀ ਵਿੱਚ ਅੱਜ ਇੱਕ ਲਾਲ ਕਿਲ੍ਹੇ ਵਿੱਚ ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਹੈ। ਤੁਹਾਡਾ ਕੀ ਕਹਿਣਾ ਉਸ ਘਟਨਾ ਬਾਰੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਹਿੰਦੁਸਤਾਨੀਆਂ ਨੂੰ ਇੰਡੀਆ ਵਿੱਚ ਅਤੇ ਅਬਰੋਡ ਜੋ ਵਸੇ ਹੋਏ ਆ ਸਾਰੇ ਗਣਤੰਤਰ ਦਿਵਸ ਦੀ ਵਧਾਈ ਦਿੰਦਾ, ਇੰਡੀਪੈਂਡੈਂਸ ਡੇ ਦੀ। ਅਤੇ ਉਸ ਤੋਂ ਬਾਅਦ ਜੋ ਹੋਇਆ, ਇੰਨਾ ਸ਼ਰਮਨਾਕ ਹੋਇਆ ਨਾ, ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਪਹਿਲਾਂ ਬਹੁਤ ਵਾਰੀ ਤੁਹਾਡੇ ਨਾਲ ਵੀ ਇੰਟਰਵਿਊ 'ਚ ਕਹਿ ਚੁੱਕਾ, ਇਹ ਕੰਮ ਹੋਣਾ ਸੀ ਇੱਦਾਂ ਦਾ ਕੋਈ ਨਾ ਕੋਈ, ਪਰ ਮੈਂ ਇਹ ਨਹੀਂ ਕਿਹਾ ਸੀ ਕਿ ਇੱਦਾਂ ਦਾ ਹੋਣਾ। ਪਰ ਮੈਨੂੰ ਇਹ ਪੱਕਾ ਪਤਾ ਸੀ ਕਿ ਕੁਛ ਨਾ ਕੁਛ ਹੋਣਾ। ਮੈਂ ਕਈ ਵਾਰ ਕਿਹਾ ਕਿ ਏਜੰਸੀਆਂ ਦੇ ਬੰਦੇ ਆਉਣੇ ਆ, ਇਹ ਹੋਣਾ, ਔਰ ਅੱਜ ਹੋ ਗਿਆ ਜੀ। ਤੁਸੀਂ ਗੱਲ ਕੀਤੀ ਕਿ ਪਹਿਲਾਂ ਵੀ ਮੈਂ ਇਹ ਕਈ ਵਾਰ ਜ਼ਿਕਰ ਕੀਤਾ ਕਿ ਅਜਿਹਾ ਕੁਛ ਵੀ ਹੋ ਸਕਦਾ ਹੈ। ਅਸੀਂ ਤੁਹਾਡੀ ਗੱਲ ਨਾਲ ਬਿਲਕੁਲ ਦਰੁਸਤ ਹੈ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਕਿ ਸਹਿਮਤ ਹੈਗੇ ਹਾਂ। ਇੱਕ ਸਵਾਲ ਕਿ ਸਰਪੰਚ ਸਾਹਿਬ, ਦੀਪ ਸਿੱਧੂ ਦਾ ਨਾਮ ਬਾਰ-ਬਾਰ ਉੱਭਰ ਕੇ ਸਾਹਮਣੇ ਆ ਰਿਹਾ, ਇਸ ਘਟਨਾ ਦੀ ਬਾਬਤ ਕੀ ਕਹਿਣਾ ਹੈ? ਦੇਖੋ ਜੀ, ਦੀਪ ਸਿੱਧੂ ਦਾ ਬੈਕਗਰਾਉਂਡ ਹੈਗਾ ਬੀਜੇਪੀ। ਉਹ ਸਨੀ ਦਿਓਲ ਦਾ ਇਲੈਕਸ਼ਨ ਏਜੰਟ ਵੀ ਸੀ ਅਤੇ ਉਹਦੀ ਗੈਰ ਹਾਜ਼ਰੀ ਵਿੱਚ ਉਹਨਾਂ ਨੂੰ ਸਾਰਾ ਕੰਮ ਉਹਦਾ ਇਲਾਕੇ ਦਾ ਉਹੀ ਕਰਦਾ ਸੀ। ਇਹ ਤਾਂ ਓਬਵੀਅਸਲੀ ਅੰਡਰਸਟੈਂਡ ਆ, ਸਾਰਿਆਂ ਨੂੰ ਪਤਾ ਸੀ। ਔਰ ਇਹ ਮੈਂ ਇਕੱਲਾ ਨਹੀਂ ਕਹਿ ਰਿਹਾ, ਬਹੁਤ ਲੋਕਾਂ ਨੂੰ ਪਤਾ ਸੀ। ਸਡਨਲੀ ਅੱਜ ਜੋ ਹੋਇਆ ਬਹੁਤ ਸ਼ਰਮਨਾਕ ਹੋਇਆ। ਇਹ ਪੂਰਾ ਕੀਤਾ ਗਿਆ ਆ ਇਹ ਅੰਦੋਲਨ ਨੂੰ ਫੇਲ ਕਰਨ ਲਈ, ਲੇਕਿਨ ਅੰਦੋਲਨ ਫੇਲ ਨਹੀਂ ਹੋਣਾ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹ ਪਹਿਲਾਂ ਤੋਂ ਕਹੀ ਜਾ ਰਹੀਆਂ ਕਿ ਲਾਲ ਕਿਲ੍ਹੇ ਵੱਲ ਨੂੰ ਨਹੀਂ ਜਾਣਾ। ਜੋ ਪੁਲਿਸ ਨਾਲ ਰਲ ਕੇ ਰੂਟ ਮੈਪ ਬਣਾਇਆ ਗਿਆ ਸੀ ਉਹਦੇ 'ਤੇ ਹੀ ਜਾਣਾ। ਇਹ ਤਾਂ ਰੂਟ ਮੈਪ ਹੀ ਹੈ ਨਾ ਸੀ। ਇਹ ਤਾਂ ਇੱਕ ਨਾ ਇੰਨੀ ਸ਼ਰਮ ਦੀ ਗੱਲ ਆ, ਇੱਕ ਤਰ੍ਹਾਂ ਦੇਸ਼ ਧਰੋਹੀ ਕੀਤੀ ਆ, ਦੇਸ਼ ਧਰੋਹ ਕੀਤਾ। ਹਾਂ, ਜਾਂ ਅਸੀਂ ਵੱਖਰੇ ਕੋਈ ਕੰਟਰੀ ਲਈ ਲੜ ਰਹੇ ਹੋਈ ਨਾ, ਫਿਰ ਜਾ ਕੇ ਤੁਸੀਂ ਉਸ ਮੁਲਕ ਦੇ ਲਾਲ ਕਿਲ੍ਹੇ 'ਤੇ ਜਾਂ ਜੋ ਵੀ ਉਹਨਾਂ ਦੀਆਂ ਬਿਲਡਿੰਗਸ ਹੁੰਦੀਆਂ, ਉੱਥੇ ਜਾ ਕੇ ਕਿਸੇ ਦੇ ਪਾਰਲੀਮੈਂਟ 'ਤੇ ਜਾਂ ਜੋ ਵੀ ਹੁੰਦਾ, ਉੱਥੇ ਜਾ ਕੇ ਝੰਡਾ ਚਲਾ ਦਿਓ, ਤਾਂ ਗੱਲ ਵੱਖਰੀ ਹੈ। ਗੱਲ 'ਚੋਂ ਗੱਲ ਹੈ ਕਿ ਇਹ ਜਿਹੜੀ ਅੱਜ ਸ਼ਰਮਨਾਕ ਘਟਨਾ ਵਾਪਰੀ ਹੈ, ਕਿ ਅਜਿਹੀ ਘਟਨਾ ਵਾਪਰਨ ਤੋਂ ਬਾਅਦ ਕਿਸਾਨਾਂ ਦੇ ਹੌਸਲੇ ਬੁਲੰਦ ਹੋਣਗੇ ਜਾਂ ਕਮਜ਼ੋਰ ਪੈਣਗੇ? ਕਿਸਾਨਾਂ ਦੇ ਹੌਸਲੇ ਤਾਂ ਪਹਿਲਾਂ ਹੀ ਬੁਲੰਦ ਆ, ਉਹ ਹੁਕਮ ਜ਼ੋਰ ਬਣੇ ਆ, ਕਿਉਂਕਿ ਉਹਨੇ ਕੀਤਾ ਹੀ ਨਹੀਂ ਹੈ। ਜਿਹਨੇ ਇਹ ਕੀਤਾ, ਇਹ ਕਿਸਾਨਾਂ ਨੇ ਕੀਤਾ। ਉਹ ਤਾਂ ਪਹਿਲਾਂ ਤੋਂ ਕਹੀ ਜਾਂਦੇ ਆ, ਰਾਜੇਵਾਲ ਸਾਹਿਬ ਪਹਿਲਾਂ ਤੋਂ ਕਹੀ ਜਾਂਦੇ ਆ ਕਿ ਜੇ ਕੋਈ ਗਲਤ ਕੰਮ ਹੋਇਆ ਤਾਂ ਸਰਕਾਰ ਜਿੱਤ ਗਈ, ਜੇ ਆਪਾਂ ਸ਼ਾਂਤਮਈ ਰਹੇ ਤਾਂ ਆਪਾਂ ਜਿੱਤ ਗਏ। ਇਹ ਜੋ ਹੋਇਆ ਅੱਜ ਕੱਲ੍ਹ ਸਾਰੀ ਦੁਨੀਆ ਨੂੰ ਪਤਾ। ਮੈਂ ਤਾਂ ਪਹਿਲੇ ਦਿਨ ਤੋਂ ਕਹੀ ਜਾਂਦਾ, ਕਈ ਦਿਨਾਂ ਤੋਂ ਕਹਿ ਰਿਹਾ ਸਰ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਉਣ ਵਾਲਾ ਕੱਲ੍ਹ ਕਿਹੋ ਜਿਹਾ ਸੰਦੇਸ਼ ਲੈ ਕੇ ਆ ਸਕਦਾ ਹੈ? ਦੇਖੀ, ਡੈਥ ਤਾਂ ਕਿਸਾਨਾਂ ਦੀ ਅਤੇ ਮਜ਼ਦੂਰਾਂ ਦੀ ਹੋਣੀ ਆ, ਇਹ ਇੰਨਾ ਕੋਈ ਇੰਨਾ ਬਾਹਲਾ ਫਰਕ ਨਹੀਂ ਪੈਣਾ। ਲੇਕਿਨ ਇੰਨਾ ਪਤਾ ਲੱਗ ਗਿਆ ਕਿ ਇਹ ਜੋ ਕੰਮ ਹੋਇਆ ਬੜਾ ਸੋਚੇ ਸਮਝੇ ਤਰੀਕੇ ਨਾਲ ਹੋਇਆ। ਉਹਦਾ ਜੀ ਹਾਂ, ਬਿਲਕੁਲ ਦਾਅਵਾ ਕੀਤਾ ਜਾ ਰਿਹਾ ਵਾ ਕਿ ਆਉਣ ਵਾਲਾ ਸਮਾਂ ਕਿਸਾਨਾਂ ਦੇ ਹੱਕਾਂ ਲਈ ਜਿਹੜਾ ਹੱਕ ਦੇ ਵਿੱਚ ਹੀ ਹੋਵੇਗਾ। ਲੇਕਿਨ ਆਉਣ ਵਾਲਾ ਸਮਾਂ ਜਿਹੜਾ ਹੈ, ਸਵਾਲ ਇਹ ਸੀ ਕਿ ਕਿਹੋ ਜਿਹਾ ਮੈਸੇਜ ਲੈ ਕੇ ਆ ਸਕਦਾ ਹੈਗਾ ਵਾ, ਔਰ ਇਸ ਦੇ ਜਿਹੜੇ ਅੱਜ ਦੀ ਸ਼ਰਮਨਾਕ ਘਟਨਾ ਦੇ ਨਤੀਜੇ ਕਿਹੋ ਜਿਹੇ ਹੋਣਗੇ, ਹਾਂ ਪੱਖੀ ਜਾਂ ਨਾ ਪੱਖੀ, ਜਾਂ ਕਿਹੋ ਜਿਹੀਆਂ ਆਉਣ ਵਾਲਾ ਸਮਾਂ ਇੱਕ ਮੈਸੇਜ ਦੇਵੇਗਾ? ਆਉਣ ਵਾਲਾ ਸਮਾਂ ਮੈਸੇਜ ਇਹੀ ਦੇਵੇਗਾ, ਲੋਕਾਂ ਨੂੰ ਪਤਾ ਲੱਗ ਗਿਆ। ਜਦੋਂ ਇਹ ਹਰਕਤ ਦੁਪਹਿਰੇ ਹੋਈ ਸੀ ਨਾ, ਲੋਕਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਇਹ ਕੰਮ ਹੋਣਾ ਸੀ, ਕਿਸੇ ਨਾ ਕਿਸੇ ਤਰੀਕੇ ਨਾਲ ਹੋਣਾ ਸੀ, ਬਦਨਾਮੀ ਮਿਲਣੀ ਸੀ। ਲੇਕਿਨ ਇਹਨਾਂ ਸਾਰੇ ਜਥੇਬੰਦੀਆਂ ਦੇ ਜੋ ਸਾਡੇ ਲੀਡਰ ਆ,
ਸਾਰਿਆਂ ਨੇ ਕੰਡੈਮ ਕੀਤਾ ਕਿ ਇਹ ਕੰਮ ਸਾਡਾ ਨਹੀਂ ਹੈ, ਸਾਡਾ ਤਾਂ ਰੂਟ ਪਲਾਨ ਹੀ ਹੋਰ ਸੀ। ਅਸੀਂ ਲਾਲ ਕਿਲ੍ਹੇ ਦਾ ਕੋਈ ਮਤਲਬ ਹੀ ਨਹੀਂ, ਲਾਲ ਕਿਲ੍ਹਾ ਸਾਡਾ ਸਾਰਿਆਂ ਦਾ ਸਾਂਝਾ ਆ। ਲਾਲ ਕਿਲ੍ਹਾ ਕੋਈ ਦੇਖੋ ਕਿੰਨੀ ਸ਼ਰਮ ਦੀ ਗੱਲ ਆ। ਤੁਹਾਡੇ ਕਹਿਣ ਤੋਂ ਭਾਵ ਕਿ ਇੱਕ ਸਾਜ਼ਿਸ਼ਾਨਾ ਜਿਹੜੀ ਹੈਗੀ ਸਾਜ਼ਿਸ਼ ਹੈਗੀ ਹੈ। ਜੇ ਸਾਜ਼ਿਸ਼ ਨਾ ਹੁੰਦੀ ਤਾਂ ਉੱਥੇ ਝੰਡਾ ਕਿਸਾਨੀ ਵਾਲਾ ਚਲਾਉਣਾ ਚਾਹੀਦਾ ਸੀ, ਨਾ ਕਿ ਸਾਡੇ ਪੰਥ ਦਾ ਨਿਸ਼ਾਨ। ਇਹ ਤਾਂ ਜਾਣ ਕੇ ਪੰਜਾਬ ਨੂੰ ਪੰਥ ਨੂੰ ਬਦਨਾਮ ਕਰਨ ਲਈ ਸਭ ਕੀਤਾ ਗਿਆ, ਤਾਂ ਕਿ ਜਿਹੜੇ ਉੱਥੇ ਦੇ ਹੋਰ ਸਟੇਟਸ ਆਈਆਂ ਨਾ ਉਹਨਾਂ ਦੇ ਦਿਮਾਗ 'ਚ ਇਹ ਗੱਲ ਬਿਠਾਈ ਜਾਵੇ ਕਿ ਇਹ ਤਾਂ ਪੰਜਾਬੀ ਆ, ਇਹ ਤਾਂ ਧੱਕੇ ਨਾਲ ਫਿਰ ਦੇਖੋ ਫਿਰ ਧੱਕਾ ਕਰ ਗਏ ਆ। ਅਕਾਲ ਤਖਤ BSG ਨੂੰ ਕਰ ਚੁੱਕਾ ਕੰਡੈਮ, ਹੋਰ ਵੀ ਕਰਨਗੀਆਂ ਜਥੇਬੰਦੀਆਂ। ਇਹ ਕੋਈ ਕੈਪਟਨ ਸਾਹਿਬ ਕਰ ਚੁੱਕੇ ਆ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਕੀਤੀ ਗਈ। ਇਹ ਤਾਂ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਜਿਹਨੂੰ ਉਹਨੇ ਕੋਸ਼ਿਸ਼ ਕੀਤੀ ਨੇਪਰੇ ਚਾੜਨ ਦੀ, ਲੇਕਿਨ ਲੋਕਾਂ ਨੂੰ ਪਤਾ ਹੀ ਸੀ ਪਹਿਲਾਂ ਇੱਦਾਂ ਦਾ ਕੁਛ ਨਾ ਕੁਛ ਹੋਣਾ। ਵੱਖ-ਵੱਖ ਸਟੇਟਾਂ 'ਚ ਜਿਹੜੀਆਂ ਜੁੜੀਆਂ ਹੋਈਆਂ ਕਿਸਾਨ ਜਥੇਬੰਦੀਆਂ ਨਾਲ ਇਸ ਅੰਦੋਲਨ ਨੂੰ ਲੈ ਕੇ, ਕੀ ਅੱਜ ਦੀ ਘਟਨਾ ਤੋਂ ਬਾਅਦ ਉਹਨਾਂ 'ਤੇ ਕੋਈ ਮਾੜਾ ਅਸਰ ਪੈ ਸਕਦਾ? ਉਹ ਪਿੱਛੇ ਤਾਂ ਨਹੀਂ ਹਟ ਸਕਦੀਆਂ ਜਾਂ ਫਿਰ ਅੱਗੇ ਵੱਧ ਕੇ ਹੀ ਇਹਨਾਂ ਦਾ ਸਮਰਥਨ ਕਰਨਗੀਆਂ? ਦੇਖੋ ਜੀ ਥੋੜ੍ਹਾ ਬਹੁਤ ਸੋਚ ਤਾਂ ਸਕਦੇ ਆ ਉਹ, ਬਟ ਉਹਨਾਂ ਵਿੱਚ ਪੜ੍ਹੇ ਲਿਖੇ ਬੰਦੇ ਆ। ਹੁਣ ਅੱਗੇ ਵਾਲੀਆਂ ਗੱਲਾਂ ਨਹੀਂ ਨਾ ਹੈ, ਹੁਣ ਉਹਨਾਂ ਨੂੰ ਸਭ ਪਤਾ, ਉਹਨਾਂ ਨੂੰ ਵੀ ਪਤਾ ਸੀ। ਇਹ ਰਾਤੀ ਵੀ ਸਟੇਜ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਅਸੀਂ ਉੱਥੇ ਹੀ ਸੀਗੇ, ਲੇਕਿਨ ਲੋਕਾਂ ਨੂੰ ਹੁਣ ਪਤਾ ਆ, ਸਾਰੀਆਂ ਸਟੇਟਾਂ 'ਚ ਪੜ੍ਹੇ ਲਿਖੇ ਬੱਚੇ ਆ, ਹੁਣ ਇੱਦਾਂ ਨਹੀਂ ਹੋਣੀ। ਬਟ ਜੋ ਹੋਇਆ ਬਹੁਤ ਸ਼ਰਮਨਾਕ ਹੋਇਆ। ਰਿਪਬਲਿਕ ਡੇ 'ਤੇ, ਗਣਤੰਤਰ ਦਿਵਸ 'ਤੇ ਇਹੋ ਜਿਹਾ ਕੰਮ ਹੋਣਾ ਇੱਕ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਕੰਟਰੀ ਵਿੱਚ, ਆਈ ਕੰਡੈਮ ਇਟ, ਇਹ ਮਾੜਾ ਹੋਇਆ। ਸੋ ਸਰ ਲਾਸਟ ਵਿੱਚ ਕੋਈ ਇਹੋ ਜਿਹਾ ਅਹਿਮ ਪਹਿਲੂ ਜੋ ਤੁਸੀਂ ਦਰਸ਼ਕਾਂ ਨੂੰ ਆਪਣੇ ਮੈਸੇਜ ਦੇ ਰਾਹੀਂ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹ ਕਹੂੰਗਾ ਜੀ, ਜਿੱਦਾਂ ਕਿਸਾਨ ਸਾਡੇ ਆਗੂ ਕਹਿ ਰਹੇ ਆ, ਸ਼ਾਂਤਮਈ ਅੰਦੋਲਨ ਰੱਖੋ, ਆਪਾਂ ਜਿੱਤਾਂਗੇ ਜ਼ਰੂਰ, ਆਪਾਂ ਜਿੱਤਾਂਗੇ। ਗੱਲਬਾਤ ਕਰੀ ਤਾਂ ਸਰ ਆਪਣੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਕਿ ਇਸੇ ਤਰ੍ਹਾਂ ਮੇਰੇ ਨਾਲ ਜੁੜ ਚੁੱਕੇ ਹਨ ਸਪੇਨ ਤੋਂ ਆਏ ਹੋਏ ਹੈ ਆਪਣੇ ਸਾਥੀ ਜੋ ਕਿ ਭਿੰਦਾ ਨਾਹਲ ਜੀ। ਆਓ ਇਹਨਾਂ ਨਾਲ ਵੀ ਇਸ ਸੰਬੰਧ ਵਿੱਚ ਗੱਲਬਾਤ ਕਰਕੇ ਦੇਖਦੇ ਹਾਂ। ਸਰ ਚੈਨਲ ਤੁਹਾਡਾ ਸਵਾਗਤ ਹੈ। ਥੈਂਕ ਯੂ ਸਰ। ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਦੀ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਹੈ ਦਿੱਲੀ ਦੇ ਲਾਲ ਕਿਲ੍ਹੇ ਵਿੱਚ, ਤੁਹਾਡਾ ਕੀ ਕਹਿਣਾ ਹੈ? ਦੇਖੋ ਇਹ ਕਿਸਾਨ ਕਦੀ ਨਹੀਂ ਕਰ ਸਕਦਾ। ਕਿਸਾਨ ਮਿੱਟੀ ਨਾਲ ਜੁੜਿਆ, ਉਹ ਮਿੱਟੀ ਨੂੰ ਪਿਆਰ ਕਰਦਾ, ਆਪਣੇ ਮੁਲਕ ਨੂੰ ਪਿਆਰ ਕਰਦਾ। ਇਹ ਕਿਸਾਨ ਘਟਨਾ ਨਹੀਂ ਹੈਗੀ। ਕਿਸਾਨ ਜਿਹੜਾ ਲੜਦਾ ਉਹ ਆਪਣੇ ਹੱਕ ਲਈ ਲੜਦਾ, ਉਹ ਇਹਦਾ ਦੇਸ਼ ਵਿਰੋਧੀ ਨਹੀਂ ਲੜਦਾ। ਇਹ ਸਾਜ਼ਿਸ਼ ਦੇ ਤੌਰ 'ਤੇ ਕੀਤਾ ਗਿਆ ਉਸ ਅੰਦੋਲਨ ਨੂੰ ਫੇਲ ਕਰਨ ਲਈ। ਇੱਕ 84 ਕਰੋੜ ਬੰਦੇ ਜਿਹੜਾ ਉਹਦਾ ਹੱਕ ਲਈ ਲੜਦਾ ਕਿਸਾਨ। ਤੁਸੀਂ ਸਰ ਕਿਸ ਤਰ੍ਹਾਂ ਦਾਅਵਾ ਕਰ ਸਕਦੇ ਹੋ ਕਿ ਇੱਕ ਸਾਜ਼ਿਸ਼ ਹੈ? ਅਸੀਂ ਵੀ ਕਿਸਾਨ ਹਾਂ, ਅਸੀਂ ਮਿੱਟੀ ਨਾਲ ਜੁੜੇ ਹਾਂ, ਅਸੀਂ ਪਿਆਰ ਕਰਦੇ ਹਾਂ ਇੰਡੀਆ ਨੂੰ, ਆਪਣੇ ਝੰਡੇ ਨਾਲ ਪਿਆਰ ਕਰਦੇ ਹਾਂ। ਆਜ਼ਾਦੀ ਲਈ ਆ, ਸਾਡੇ ਬਾਰਡਰਾਂ 'ਤੇ ਮੁੰਡੇ ਲੜੇ ਆ। ਸਕਦੇ ਆ ਆਪਣੇ ਮੁਲਕ ਝੰਡਾ ਹੀ ਕਿਉਂ ਲਾਵਾਂਗੇ? ਜੀ ਸਰਵਨ ਸਿੰਘ ਦਿਓ ਜੀ ਇੱਕ ਵਾਰ ਫਿਰ ਸਾਡੇ ਨਾਲ ਰਾਬਤਾ ਕਰ। ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸਲ ਵਿੱਚ? ਮੈਂ ਇਹ ਕਹਿ ਰਿਹਾ ਕਿ ਅਸੀਂ ਆਪਣਾ ਝੰਡਾ ਕਿਉਂ ਲਾਵਾਂਗੇ? ਅਸੀਂ ਸਿੱਖ ਹਾਂ, ਅਸੀਂ ਵੀ ਸਿੱਖ ਉਸ ਝੰਡੇ ਨੂੰ ਪਿਆਰ ਕਰਦੇ ਜਿਹੜਾ ਚੜਾਇਆ ਸੀ ਨਹੀਂ ਅੱਜ, ਲੇਕਿਨ ਉਹ ਇੱਕ ਪਾਰਟੀਕੂਲਰ ਝੰਡਾ, ਉਹ ਇੱਕ ਕੰਟਰੀ ਕੋ ਖਾਲਿਸਤਾਨ ਥੋੜ੍ਹਾ ਬਣਾ ਰਹੀ ਆ। ਅਸੀਂ ਤਾਂ ਹੋਰ ਕੁਝ ਮੰਗ ਰਹੇ ਹਾਂ। ਉਹ ਝੰਡਾ ਜਿਹੜਾ ਚੜਾਉਣਾ ਬਹੁਤ ਵੱਡੀ ਸਾਜ਼ਿਸ਼ ਸੀ। ਕਿਸੇ ਹੋਰ ਸਟੇਟ ਦਾ ਕਿਉਂ ਚੜਾਇਆ ਗਿਆ? ਉਹ ਬਦਨਾਮ ਕਰਨ ਦੀ ਸਾਜ਼ਿਸ਼ ਸੀਗੀ, ਇੱਕ ਬਦਨਾਮੀ ਦੇ ਕਰਤੇ ਕੀਤਾ। ਕਿਸਾਨਾਂ ਨਾਲ ਕੋਈ ਉਹਦਾ ਰੌਲਾ ਨਹੀਂ, ਕਿਸਾਨੀ ਨਾਲ ਕੋਈ ਲੈਂਦੇ ਨਹੀਂ। ਕਿਸਾਨੀ ਤਾਂ ਹੋਰ ਕਾਨੂੰਨ ਮੰਗਦੀ ਆ, ਆਪਣੇ ਜਿਹੜੇ ਕਾਨੂੰਨ ਆ ਉਹ ਬਣਾਏ ਗੌਰਮੈਂਟ ਪੇਸ਼ ਕਰ ਰਹੀ ਆ, ਉਹਨੂੰ ਰੱਦ ਕਰਨ ਨੂੰ ਕਹਿੰਦੀ ਆ। ਉਹ ਥੋੜ੍ਹੀ ਕਹਿੰਦੇ ਵੀ ਲਾਲ ਕਿਲ੍ਹੇ ਦਾ ਥੋੜ੍ਹਾ ਮਤਲਬ ਉੱਥੇ ਕੋਈ ਵੀ ਲਾਲ ਕਿਲ੍ਹੇ ਦੇ ਥੋੜ੍ਹਾ ਅਸੀਂ ਕਬਜ਼ਾ ਕਰਨਾ। ਲਾਲ ਕਿਲ੍ਹਾ ਤਾਂ ਹੈ ਹੀ ਸਾਡਾ ਆ, ਆਪਣੀ ਚੀਜ਼ ਤਾਂ ਕੋਈ ਬੰਦਾ ਥੋੜ੍ਹਾ ਕਬਜ਼ਾ ਕਰਦਾ ਹੁੰਦਾ ਜਿਹੜੀ ਹੈ ਹੀ ਆਪਣੀ ਹੋਵੇ। ਇਹ ਤਾਂ ਸਾਰੇ ਮੈਂ ਜੋ ਆਪਣੇ ਦਿਮਾਗ ਨਾਲ ਸੋਚ ਰਿਹਾ ਜੀ, ਸਾਰੀ ਦੁਨੀਆ 'ਚ ਪਤਾ ਲੱਗ ਗਿਆ ਮੈਨੂੰ। ਅਮਰੀਕਾ, ਕੈਨੇਡਾ ਤੋਂ, ਇੰਗਲੈਂਡ ਤੋਂ ਸਾਰੇ ਆਏ ਫੋਨ ਮੇਰੇ ਪਿੰਡੂਆਂ ਦੇ, ਹੋਰ ਉਹਨੇ ਸਾਰਿਆਂ ਨੂੰ ਦੱਸਿਆ ਵੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਸੀ ਇੱਦਾਂ ਦਾ ਕੁਛ ਨਾ ਕੁਛ ਹੋਣਾ। ਪਰ ਝੰਡੇ ਵਾਲੀ ਗੱਲ ਜਿਹੜੀ ਸੀ ਇਹ ਕਹਿ ਵੀ ਰਹੇ ਸੀ ਝੰਡਾ ਚਲਾਵਾਂਗੇ। ਜਦੋਂ ਪਹਿਲਾਂ ਝੰਡੇ ਆਪਣੇ ਚੜ੍ਹਦੇ ਰਹੇ ਨਾ ਖਾਲਸਾ ਪੰਥ ਦੇ, ਉਦੋਂ ਲੜਾਈਆਂ ਹੁੰਦੀਆਂ ਸੀ, ਮੁਲਕ ਹੁੰਦੇ ਵੱਖਰੇ। ਹੁਣ ਤਾਂ ਇਹ ਮੁਲਕ ਤਾਂ ਸਾਡਾ ਆ, ਅਸੀਂ ਆਪਣਾ ਝੰਡਾ ਲਾ ਕੇ ਇੱਕ ਧਾਰਮਿਕ ਝੰਡਾ ਕਿਉਂ ਚਾੜਾਂਗੇ? ਨਹੀਂ, ਇਹ ਜੋ ਹੋਇਆ ਗਲਤ ਹੋਇਆ। ਇਹ ਇੱਕ ਸਾਜ਼ਿਸ਼ ਆ ਸਾਡੇ ਅੰਦੋਲਨ ਨੂੰ ਫੇਲ ਕਰਨ ਦੀ, ਲੇਕਿਨ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ, ਅਸੀਂ ਜਿੱਤਾਂਗੇ ਜ਼ਰੂਰ। ਤੁਸੀਂ ਜੰਗ ਜਾਰੀ ਰੱਖਿਓ। ਸੋ ਸਰਪੰਚ ਸਾਹਿਬ ਜਿਹੜਾ ਹੈਗਾ ਅੱਜ ਦੀ ਘਟਨਾ ਤੋਂ ਬਾਅਦ ਵਿੱਚ ਜਿਹੜਾ ਹੈਗਾ ਕਿਸਾਨਾਂ ਦੇ ਹੌਸਲੇ ਮਜ਼ਬੂਤ ਕਰਨ ਲਈ ਕਿਹੋ ਜਿਹੇ ਕਦਮ ਪੁੱਟਣ ਦੀ ਲੋੜ ਹੈ? ਜਿਹੜੇ ਅਸਲੀ ਕਿਸਾਨ ਆ ਉਹ ਤਾਂ ਉਹਨਾਂ ਦਾ ਦਿਲ ਟੁੱਟਿਆ ਹੀ ਨਹੀਂ, ਉਹਨਾਂ ਨੂੰ ਕੀ ਹੁਣ ਫਰਕ ਪੈਣਾ? ਤੁਹਾਡੇ ਕਹਿੰਦੇ ਭਾਵ ਕਿ ਉਹ ਜਿਵੇਂ ਜਿਉਂ ਤੇ ਤਿਉਂ ਉੱਥੇ ਹੀ ਬੈਠੇ। ਦੇਖੋ ਜੀ ਜਿਹੜੇ ਆਪਣੇ ਲੀਡਰ ਸਾਡੇ ਉਹ ਤਾਂ ਲਾਈਵ ਹੋ ਕੇ ਉਦੋਂ ਕਹਿ ਰਹੇ ਸਾਡਾ ਕਿਸਾਨ ਨਹੀਂ, ਕੋਈ ਸਾਡੇ ਬੰਦੇ ਹੀ ਨਹੀਂ ਉਹ ਹੈਗੇ, ਸਾਡੇ ਕਿਸਾਨ ਨਹੀਂ ਹੈਗੇ। ਜੇ ਪੱਗ ਬੰਨ੍ਹ ਕੇ ਜਾਂ ਪੰਜਾਬੀ ਬੋਲ ਕੇ ਜਾਂ ਪਜਾਮਾ ਕੁੜਤਾ ਪਾ ਕੇ ਜਾਂ ਚਾਦਰ ਲਾ ਕੇ ਧੋਤੀ ਲਾ ਕੇ ਉਹ ਕਿਸਾਨ ਨਹੀਂ ਬਣ ਜਾਂਦਾ। ਕਿਸਾਨ ਹੋਰ ਚੀਜ਼ ਆ, ਹੁੱਲੜਬਾਜ਼ੀ ਹੋਰ ਚੀਜ਼ ਆ।
ਲਾਲ ਕਿਲ੍ਹੇ ਨਾਲ ਸਾਡਾ ਕੀ ਰੌਲਾ ਸੀ? ਜਦੋਂ ਪਹਿਲਾਂ ਰੂਟ ਪਲਾਨ ਬਣ ਚੁੱਕਾ, ਡਿਕਲੇਅਰ ਹੋ ਚੁੱਕਾ, ਪੁਲਿਸ ਪ੍ਰਵਾਨਗੀ ਦੇ ਚੁੱਕੀ ਆ, ਉੱਧਰ ਨੂੰ ਜਾਣ ਦਾ ਕੋਈ ਮਤਲਬ ਹੀ ਨਹੀਂ ਸੀ। ਲਾ ਸਾਥੀਓ, ਕਿਸਾਨ ਏਕਤਾ ਮਜ਼ਦੂਰ ਜਥਾ ਜਿੰਦਾਬਾਦ। ਔਰ ਅਸੀਂ ਜਿਵੇਂ ਕਿ ਹੋਰਨਾਂ ਤਰ੍ਹਾਂ ਬਹੁਤ ਹੀ ਜਜ਼ਬਾ ਔਰ ਜਨੂਨ ਦੇਖਣ ਨੂੰ ਮਿਲ ਰਿਹਾ ਵੱਖ-ਵੱਖ ਕਿਸਾਨ ਜਥੇਬੰਦੀਆਂ ਵਿੱਚ, ਕਿਸਾਨਾਂ ਵਿੱਚ ਔਰ ਕਿਸਾਨਾਂ ਦੇ ਸਮਰਥਕਾਂ ਵਿੱਚ, ਇਹ ਔਰ ਉਸੇ ਹੀ ਤਰ੍ਹਾਂ ਠੀਕ ਜਜ਼ਬਾ, ਬੇਹੱਦ ਜਨੂਨ ਦੇਖਣ ਨੂੰ ਮਿਲਿਆ ਪਿੰਡ ਛੋੜੀ ਦੇ ਮੌਜੂਦਾ ਸਰਪੰਚ ਸਰਦਾਰ ਸਰਵਣ ਸਿੰਘ ਦਿਓ ਅਤੇ ਸਪੇਨ ਤੋਂ ਸਾਡੇ ਭਿੰਦਾ ਨਾਹਲ ਜੀ। ਆਓ ਇਹਨਾਂ ਨਾਲ ਅੱਗੇ ਗੱਲਬਾਤ ਕਰਕੇ ਦੇਖਦੇ ਹਾਂ। ਸਰ, ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਆ ਬਈ ਸਾਰੇ ਇਕੱਠੇ ਰਹੋ, ਕਿਸੇ ਸਾਜ਼ਿਸ਼ 'ਚ ਨਾ ਫਸੋ। ਸਾਜ਼ਿਸ਼ ਦੇ ਵਿੱਚ ਗੌਰਮੈਂਟ ਨੇ ਫਸਾਉਣਾ ਆ, ਉਹਨਾਂ ਨੇ ਫੇਲ ਕਰਨ ਦੀ ਕੋਸ਼ਿਸ਼ ਕਰਨੀ ਆ। ਆਪਾਂ ਇਕੱਠੇ ਰਹੀਏ, ਆਪਾਂ ਜਥੇਬੰਦੀਆਂ ਜੋ ਕਹਿੰਦੀਆਂ ਉਹਨਾਂ ਦੇ ਪਿੱਛੇ ਚੱਲੀਏ, ਕਿਉਂਕਿ ਜਥੇਬੰਦੀ ਦੇ ਵਿੱਚ ਜਿਹੜੇ ਬੰਦੇ ਅੱਜ ਮੋਹਰੇ ਹੋਏ ਆ ਉਹ ਪੋਲੀਟਿਕਸ ਬੰਦੇ ਨਹੀਂ ਗੇ, ਉਹ ਸੱਚੇ ਬੰਦੇ ਆ, ਅਤੇ ਉਹਨਾਂ ਮਗਰ ਆਪਾਂ ਚੱਲੀਏ। ਸਰ, ਸਪੇਨ ਦੀ ਵਿਦੇਸ਼ ਦੀ ਧਰਤੀ 'ਤੇ ਰਹਿੰਦੇ ਹੋਏ ਤੁਸੀਂ ਕਿਸਾਨਾਂ ਦਾ ਸਮਰਥਨ ਕਿਸ ਤਰ੍ਹਾਂ ਕਰਨਾ ਚਾਹੋਗੇ? ਸਪੇਨ ਵੀ ਕਿਸਾਨਾਂ ਦੀ ਧਰਤੀ ਆ, ਬਹੁਤ ਉੱਥੇ ਪ੍ਰਭਾਵ ਕਿਸਾਨ ਦਾ, ਬਹੁਤ ਫਸਲਾਂ ਹੁੰਦੀਆਂ ਕੀ ਜੀ। ਉੱਥੇ ਵੀ ਕੋਈ ਕਿਸਾਨਾਂ ਦੀਆਂ ਟਰੈਕਟਰ ਰੈਲੀਆਂ ਜਾਂ ਕੁਝ ਅਲੱਗ ਤਰ੍ਹਾਂ ਦੀ ਰੈਲੀਆਂ, ਸੰਬੰਧਿਤ ਰੈਲੀਆਂ ਕੱਢੀਆਂ ਗਈਆਂ? ਕਦੀ ਹੁੰਦਾ, ਪਰ ਗੌਰਮੈਂਟ ਝੱਟ ਮੰਨ ਲੈਂਦੀ ਆ, ਕਿਉਂਕਿ ਜਿਹੜਾ ਸਪੇਨ ਮੁਲਕ ਆ ਉਹ ਹੈ ਹੀ ਕਿਸਾਨੀ 'ਤੇ ਡਿਪੈਂਡ ਹੋਇਆ, ਪੂਰਾ ਕਿਸਾਨ 'ਤੇ ਡਿਪੈਂਡ ਆ। ਗੌਰਮੈਂਟ ਨੂੰ ਉਹਦੀਆਂ ਮੰਗਾਂ ਸੋਚ ਕੇ ਸਾਰਾ ਕੁਝ ਰੱਖਣੀਆਂ ਪੈਂਦੀਆਂ। ਜੀ ਸਾਥੀਓ, ਇਸ ਸਨ ਪਿੰਡ ਛੋੜੀ ਦੇ ਮੌਜੂਦਾ ਸਰਪੰਚ ਔਰ ਉੱਘੇ ਸਮਾਜ ਸੇਵਕ ਇਲਾਕੇ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਸਰਵਣ ਸਿੰਘ ਦਿਓ ਅਤੇ ਉਹਨਾਂ ਦੇ ਨਾਲ ਹੀ ਸਪੇਨ ਤੋਂ ਭਿੰਦਾ ਨਾਹਲ ਜੀ। ਇਹਨਾਂ ਦੇ ਵਿਚਾਰਾਂ ਦਾ ਅਸੀਂ ਸਵਾਗਤ ਕਰਦੇ ਹਾਂ, ਇਹਨਾਂ ਵਿਚਾਰਾਂ ਨਾਲ ਸਹਿਮਤ ਹਾਂ। ਉਮੀਦ ਹੈ ਤੁਸੀਂ ਵੀ ਇਹਨਾਂ ਵਿਚਾਰਾਂ ਨੂੰ ਪਸੰਦ ਕਰੋ। ਗੱਲਬਾਤ ਕਰਨ ਲਈ ਸਰ ਧੰਨਵਾਦ। ਥੈਂਕ ਯੂ। ਥੈਂਕ ਯੂ ਜੀ।